ਦੋਸਤੋ ਅਮਰੀਕਾ ਤੋਂ ਇਮੀਗ੍ਰੈਂਟਸ ਵਾਸਤੇ ਅੱਜ 3 ਖਬਰਾਂ ਨੇ। 18 ਜੂਨ 2026 ਥਰਸਡੇ ਔਰ 2 ਖਬਰਾਂ ਐਸੀਆਂ ਨੇ ਜਿਨ੍ਹਾਂ ਦੇ ਮੁਤਲਕ ਰੋਜ਼ਾਨਾ ਤੁਸੀਂ ਮੇਰੇ ਕੋਲ ਸਵਾਲ ਕਰਦੇ ਹੋ। ਅੱਜ ਉਹਨਾਂ ਦੇ ਮੁਤਲਕ 2 ਨਵੀਆਂ ਅਪਡੇਟ ਨੇ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ ਔਰ ਕੋਈ ਲਾਈਕ ਸ਼ੇਅਰ ਕਮੈਂਟ ਪਲੀਜ਼ ਕਰ ਦਿਆ ਕਰੋ। ਦੋਸਤੋ ਪਹਿਲੀ ਖਬਰ ਹੈ ਕਿ ਤੁਸੀਂ ਮੇਰੇ ਕੋਲ ਜਿਹੜਾ ਅਕਸਰ ਔਰ ਰੋਜ਼ਾਨਾ ਸਵਾਲ ਕਰਦੇ ਹੋ ਕਿ ਜੀ ਸਾਡਾ ਸਿਟੀਜ਼ਨਸ਼ਿਪ ਦਾ ਟੈਸਟ ਹੋ ਗਿਆ ਹੈ, ਬੜੀ ਦੇਰ ਹੋ ਗਈ ਹੈ ਲੇਕਿਨ ਓਥ ਨਹੀਂ ਆ ਰਹੀ, ਓਥ ਹੋ ਵੀ ਰਹੇ ਨੇ ਕਿ ਨਹੀਂ? ਤੇ ਦੋਸਤੋ 100% ਓਥ ਹੋ ਰਹੇ ਨੇ। ਹੁਣ ਜਿਨ੍ਹਾਂ ਲੋਕਾਂ ਦੇ ਉੱਤੇ ਕੋਈ ਓਬਜੈਕਸ਼ਨ ਲੱਗਾ ਸੀ ਜਾਂ ਓਬਜੈਕਸ਼ਨ ਦੇ ਲੈਟਰ ਆ ਰਹੇ ਨੇ ਉਹਨਾਂ ਦੀ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ। ਮੇਰੇ ਕੋਲ ਇਨਫੋਰਮੇਸ਼ਨ ਉਹ ਲੋਕਾਂ ਦੀ ਹੈ ਕਿ ਜਿਨ੍ਹਾਂ ਨੂੰ ਕਿਹਾ ਗਿਆ ਵੀ ਤੁਸੀਂ ਟੈਸਟ ਪਾਸ ਕਰ ਲਿਆ, ਹੁਣ ਸਾਡੇ ਲੈਟਰ ਦਾ ਇੰਤਜ਼ਾਰ ਕਰੋ, ਤੁਹਾਡੀ ਓਥ ਹੋਏਗੀ। ਉਹਨਾਂ ਦੇ ਓਥ ਹੋ ਰਹੇ ਨੇ। ਪਹਿਲੇ ਵੀ ਮੇਰੇ ਕੋਲ ਆ ਚੁੱਕਿਆ, ਲੇਕਿਨ ਕੱਲ ਰਾਤ ਨੂੰ ਵੀ ਇੱਕ ਦੋਸਤ ਦਾ ਫੋਨ ਆਇਆ ਕਿ ਬਈ ਬੋਬੀ ਭਾਈ ਆ ਗਿਆ, ਤੁਹਾਨੂੰ ਅਸੀਂ ਦੱਸ ਦਈਏ ਸਾਡੀ ਓਥ 20-25 ਦਿਨਾਂ ਬਾਅਦ ਦੇ ਲੈਟਰ ਆ ਰਹੇ ਨੇ ਕਿ 20 ਦਿਨਾਂ ਬਾਅਦ, ਕਿਸੇ ਦੀ 25 ਦਿਨਾਂ ਬਾਅਦ ਹੋ ਰਹੀ ਹੈ, ਇਹ 10 ਦਿਨਾਂ ਬਾਅਦ ਵੀ ਹੋ ਸਕਦੀ, ਕੋਈ ਪੱਕਾ ਨਹੀਂ ਰਹਿਣਾ ਕਿ ਜੀ ਮੇਰੀ 25 ਦਿਨ ਬਾਅਦ ਹੀ ਹੋਣੀ ਹੈ। ਤੇ ਕੱਲ ਹੀ ਮੈਨੂੰ ਇਹਦਾ ਐਵੀਡੈਂਸ ਵੀ ਮਿਲ ਗਿਆ। ਪਹਿਲੇ ਵੀ ਐਵੀਡੈਂਸ ਮਿਲੇ ਸਨ ਲੇਕਿਨ ਪਹਿਲੇ ਇੰਨਾ ਜ਼ਿਆਦਾ ਸਵਾਲ ਨਹੀਂ ਸੀ ਹੋ ਰਿਹਾ, ਮੈਂ ਵੀਡੀਓ ਨਹੀਂ ਬਣਾ ਸਕਿਆ। ਰਾਤੀ ਕਿਉਂਕਿ ਫੋਨ ਆਇਆ ਤੇ ਮੈਂ ਕਿਹਾ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਾਂਗੇ, ਘਬਰਾਉਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ। ਓਥ ਹੋ ਰਹੇ ਨੇ, ਕਿਸੇ ਟਾਈਮ ਵੀ ਤੁਹਾਨੂੰ ਲੈਟਰ ਆ ਸਕਦਾ, ਮੇਲ ਤੇ ਨਜ਼ਰ ਰੱਖੋ। ਦੂਸਰੀ ਖਬਰ ਜਿਹਦੇ ਮੁਤਲਕ ਬਹੁਤ ਜ਼ਿਆਦਾ ਸਵਾਲ ਹੋ ਰਹੇ ਨੇ, ਉਹ ਪਰੇਸ਼ਾਨੀ ਦੀ ਖਬਰ ਬਣ ਗਈ ਸੀ। ਥੋੜੇ ਅਰਸਾ ਪਹਿਲੇ ਦੀ ਗੱਲ ਹੈ, 2-2.5-3 ਹਫ਼ਤੇ ਹੋਏ ਨੇ ਕਿ ਜੀ ਐਡਜਸਟਮੈਂਟ ਆਫ ਸਟੇਟਸ ਦਾ ਜਿਹੜੀ ਨਈ ਗਾਈਡਲਾਈਨ ਨੇ ਉਹਦੇ ਵਿੱਚ ਜੋ ਰਿਪੋਰਟ ਹੋ ਰਿਹਾ ਉਹਦਾ ਵਕੀਲਾਂ ਦੀਆਂ ਫਰਮਾਂ ਰਿਪੋਰਟ ਕਰ ਰਹੀਆਂ, ਵੱਡੇ ਵਕੀਲਾਂ ਦੀਆਂ। ਸਾਰੇ ਤੁਸੀਂ ਮੈਂ ਤੇ ਅਦਾਲਤ 'ਚ ਨਹੀਂ ਜਾਂਦੇ, ਉਹ ਵਕੀਲ ਜਾਂਦੇ ਨੇ, ਉਹਨਾਂ ਦੇ ਕਲਾਇੰਟ ਹੁੰਦੇ ਨੇ, ਉਹ ਫਿਰ ਰਿਪੋਰਟ ਕਰ ਰਹੇ ਨੇ ਕਿ 2 ਹਫ਼ਤਿਆਂ ਦੇ ਵਿੱਚ ਤਕਰੀਬਨ 2 ਤੋਂ 2.5 ਹਫ਼ਤੇ ਜਿਹੜਾ ਟਾਈਮ ਹੋਇਆ, ਜੋ ਪੈਟਰਨ ਚੱਲ ਰਿਹਾ ਉਹ ਉਹਨਾਂ ਨੇ ਦੱਸਿਆ ਕਿ F1, H1B ਔਰ L1 ਇਹਨਾਂ ਤਿੰਨਾਂ ਦੇ ਐਡਜਸਟਮੈਂਟ ਆਫ ਸਟੇਟਸ ਅਪਰੂਵ ਹੋਏ ਨੇ, ਹੋ ਰਹੇ ਨੇ। ਸਾਰੇ ਆਬਜੈਕਸ਼ਨ ਤੇ ਪਹਿਲੇ ਵੀ ਲੱਗਦੇ ਸਨ, ਪ੍ਰੋਬਲਮਸ ਹੁੰਦੀਆਂ ਸਨ, ਉਹਦੇ ਉੱਥੇ ਤੇ ਆਪਣੀ ਜਗ੍ਹਾ ਤੇ ਕਾਇਮ ਨੇ। ਲੇਕਿਨ ਜਿਹੜੀ ਇੱਕ ਗੱਲ ਸੀ ਨਾ ਕਿ ਹੁਣ ਲੋਕੀ ਜਾਣਗੇ ਇੰਟਰਵਿਊ ਦੇ ਉੱਤੇ, ਉਹਨਾਂ ਦੇ ਕਾਗਜ਼ ਉਹਨਾਂ ਨੂੰ ਫੜਾਤੇ ਜਾਣਗੇ, ਜਾਓ ਜੀ ਆਪਣੇ ਮੁਲਕ ਜਾਓ। ਇਹ 3 ਕੈਟੇਗਰੀਆਂ ਦਾ ਵਕੀਲ ਜ਼ਿਕਰ ਕਰ ਰਹੇ ਨੇ ਕਿ ਇਹਨਾਂ ਦੇ ਉੱਤੇ ਅਪਰੂਵਲਾਂ ਆ ਰਹੀਆਂ ਨੇ। ਇਹ ਕੇਸ ਪਹਿਲੇ ਦੇ ਗਾਈਡਲਾਈਨ ਆਉਣ ਤੋਂ ਪਹਿਲੇ ਦੇ ਜਮ੍ਹਾਂ ਹੋਏ ਨੇ, ਇਹ ਲਫ਼ਜ਼ ਨੂੰ ਇਸਤੇਮਾਲ ਕਰ ਰਹੇ ਨੇ। ਲੇਕਿਨ ਦੋਸਤੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਜਦੋਂ ਤੁਸੀਂ ਐਡਜਸਟਮੈਂਟ ਆਫ ਸਟੇਟਸ ਵਾਸਤੇ ਅਪਲਾਈ ਕਰਦੇ ਹੋ ਤੇ ਤੁਹਾਡੇ 5 ਮਹੀਨੇ 6 ਮਹੀਨੇ 8 ਮਹੀਨੇ ਤੇ ਨਾਰਮਲੀ ਲੱਗ ਜਾਂਦੇ ਨੇ। ਗਾਈਡਲਾਈਨ ਆਈਆਂ ਨੇ 2.5 ਹਫ਼ਤੇ ਪਹਿਲੇ, ਤੇ ਜ਼ਾਹਰ ਹੈ ਉਹ ਜਿਹੜੇ ਪਹਿਲੇ ਜਮ੍ਹਾਂ ਹੋਏ ਨੇ ਉਹਨਾਂ ਦੇ ਇੰਟਰਵਿਊ ਹੋਣੇ ਨੇ ਨਾ, ਬਿਲਕੁਲ ਆਮ ਜੀ ਗੱਲ ਹੈ, ਰਾਈਟ। ਜਿਨ੍ਹਾਂ ਦੇ ਹੁਣ 2 ਹਫ਼ਤੇ 2.5 ਹਫ਼ਤੇ ਪਹਿਲੇ ਜਾਂ ਹਫ਼ਤਾ ਪਹਿਲੇ ਜਮ੍ਹਾਂ ਹੋਏ, ਉਹਨਾਂ ਦੇ ਤੇ ਇੰਟਰਵਿਊ ਆਉਣ 'ਚ ਮਹੀਨੇ ਲੱਗਣੇ ਨੇ। ਤੇ ਇਸ ਵਾਸਤੇ ਜਿਹਨਾਂ ਦੇ ਹੋ ਰਹੇ ਨੇ ਉਹਨਾਂ ਦੇ ਕੋਈ ਆਬਜੈਕਸ਼ਨ ਨਹੀਂ ਲੱਗ ਰਿਹਾ, ਇਹ ਖੁਸ਼ੀ ਦੀ ਖਬਰ ਹੈ। ਉਹਨਾਂ ਦੇ ਹੀ ਹੋਣੇ ਨੇ ਜਿਹਨਾਂ ਦੇ ਪਹਿਲੇ ਤੇ ਜਮ੍ਹਾਂ ਹੋਏ ਨੇ। ਇਸ ਵਾਸਤੇ ਇਹਨੂੰ ਮਿਕਸ ਨਹੀਂ ਕਰਨਾ ਇਸ ਗੱਲ ਨੂੰ ਕਿ ਨਹੀਂ ਜੀ ਉਹ ਜਿਹਨਾਂ ਦੇ ਪਹਿਲੇ ਤੇ ਜਮ੍ਹਾਂ ਹੋਏ ਸੀ ਉਹਨਾਂ ਦੇ ਹੀ ਹੋ ਰਹੇ ਨੇ ਇੰਟਰਵਿਊ। ਔਰ ਯਾਦ ਰੱਖੋ, ਅਗਰ ਇਹ ਬਲੈਂਕਟ ਇੱਕ ਹੁੰਦਾ ਨਾ ਕਿ ਵੀ ਸਾਰਿਆਂ ਵਾਸਤੇ ਹੈਗਾ, ਤੇ ਫਿਰ ਉਹਨਾਂ ਦੇ ਵੀ ਨਾ ਹੁੰਦੇ, ਉਹਨਾਂ ਨੂੰ ਵੀ ਕਾਗਜ਼ ਫੜਾਤੇ ਜਾਂਦੇ, ਜਾਓ ਜੀ ਤੁਸੀਂ ਆਪਣੇ ਮੁਲਕ 'ਚ ਜਾ ਕੇ ਕਰੋ। ਇਹ ਗੱਲ ਹੈ। ਇਸ ਵਾਸਤੇ ਜਿਨ੍ਹਾਂ ਦੇ ਹੋ ਰਹੇ ਨੇ, ਅਪਰੂਵਲਾਂ ਆ ਰਹੀਆਂ ਨੇ, ਉਹ ਕੋਈ ਮਸਲਾ ਨਹੀਂ, ਖੁਸ਼ੀ ਦੀ ਖਬਰ ਹੈ। ਇਹਦੇ 'ਚ ਹੁਣ ਕੁਛ ਹੋਰ ਵੀ ਰਿਪੋਰਟ ਹੋਈਆਂ ਨੇ ਚੀਜ਼ਾਂ। ਇੱਕ ਹੋਰ ਚੀਜ਼ ਰਿਪੋਰਟ ਹੋ ਰਹੀ ਹੈ ਕਿ ਜੀ ਕਈ ਇੰਟਰਵਿਊ ਦੇ ਵਿੱਚ ਤੇ ਇਹ ਗੱਲ ਨੂੰ ਡਿਸਕਸ ਹੀ ਨਹੀਂ ਕੀਤਾ ਜਾ ਰਿਹਾ, ਕੋਈ ਸਵਾਲ ਹੀ ਨਹੀਂ ਹੋ ਰਿਹਾ, ਕੋਈ ਗੱਲ ਹੀ ਨਹੀਂ ਹੋ ਰਹੀ, ਕੁਛ ਵੀ ਨਹੀਂ ਕਿ ਉੱਥੇ ਐਡਜਸਟਮੈਂਟ ਕਰਾਓ ਜਾ ਕੇ, ਇਹ ਕਰੋ, ਕੋਈ ਗੱਲ ਨਹੀਂ ਹੋ ਰਹੀ। ਔਰ ਕਈ ਲੋਕ ਇਹ ਰਿਪੋਰਟ ਕਰ ਰਹੇ ਨੇ ਕਿ ਸਾਨੂੰ ਪੁੱਛਿਆ ਜਾ ਰਿਹਾ ਕਿ ਵੀ ਤੁਸੀਂ ਆਪਣੇ ਮੁਲਕ ਜਾ ਕੇ ਕਿਉਂ ਨਹੀਂ ਕੀਤਾ, ਇੱਥੇ ਕਿਉਂ ਕਰਦੇ ਪਏ ਹੋ? ਕਾਮਨ ਜੀ ਗੱਲ ਹੈ, ਠੀਕ ਹੈ, ਨੋ ਪ੍ਰੋਬਲਮ। ਕੁਛ ਰਿਪੋਰਟਾਂ ਐਸੀਆਂ ਆਈਆਂ ਨੇ ਜਿਹੜੀਆਂ ਮੇਰੇ ਕੋਲ ਡਾਇਰੈਕਟ ਤੇ ਕੋਈ ਨਹੀਂ ਆਈ, ਲੇਕਿਨ ਕੁਛ ਲੋਕਾਂ ਨੇ ਕਿਹਾ ਜੀ ਸਾਨੂੰ ਐਵੀਡੈਂਸ ਮੰਗੇ ਜਾ ਰਹੇ ਨੇ। ਲੇਕਿਨ ਉਹ ਐਵੀਡੈਂਸ ਤੇ ਪਹਿਲੇ ਵੀ ਮੰਗੇ ਜਾਂਦੇ ਸੀ। ਪਤਾ ਕੀ ਹੁੰਦਾ, ਇੱਕ ਛੋਟੀ ਜਿਹੀ ਖਬਰ ਹੁੰਦੀ ਹੈ, ਛੋਟੀ ਜਿਹੀ ਇੱਕ ਨਵਾਂ ਕਾਨੂੰਨ, ਕੋਈ ਨਵੀਂ ਗਾਈਡਲਾਈਨ ਆਉਂਦੀ ਹੈ, ਉਹਦੇ ਵਿੱਚ ਫਿਰ ਕੋਈ ਉਹ ਹਿਲਦਾ ਵੀ ਹੈ ਨਾ ਤੇ ਉਹ ਖਬਰ ਬਣ ਜਾਂਦੀ ਹੈ। ਤੇ ਇਹ ਚੀਜ਼ਾਂ ਤੇ ਪਹਿਲੇ ਵੀ ਹੁੰਦੀਆਂ ਸੀ, ਉਹ ਹੁਣ ਖਬਰ ਬਣਦੀਆਂ ਜਾ ਰਹੀਆਂ ਨੇ। ਹਾਲਾਂਕਿ ਐਡੀ ਕੋਈ ਵੱਡੀ ਗੱਲ ਪਹਿਲੇ ਵੀ ਨਹੀਂ ਸੀ ਹੁੰਦੀ। ਪਹਿਲੇ ਵੀ ਤੁਹਾਡੇ ਕੋਲ ਐਵੀਡੈਂਸ ਮੰਗਦੇ ਸੀ, ਤੁਸੀਂ ਐਵੀਡੈਂਸ ਦੇ ਦਿੰਦੇ ਸੋ। ਹੁਣ ਹਰ ਗੱਲ 'ਚ ਅਸੀਂ ਨੈਗੇਟਿਵ ਗੱਲਾਂ ਕੱਢਾਂਗੇ ਤੇ ਫਿਰ ਤੇ ਲੋਕਾਂ ਨੇ ਪਰੇਸ਼ਾਨ ਹੀ ਹੋਣਾ ਨਾ। ਪਰੇਸ਼ਾਨੀ ਦੀ ਕੋਈ ਗੱਲ ਨਹੀਂ। ਫਿਲਹਾਲ ਕੋਈ ਐਸਾ ਬੰਦਾ ਨਹੀਂ ਆਇਆ ਜਿਹਨੇ ਇਹ ਕਿਹਾ ਹੋਵੇ ਕਿ ਵੀ ਮੈਂ ਗਿਆ ਐਡਜਸਟਮੈਂਟ ਆਫ ਸਟੇਟਸ ਦਾ ਇੰਟਰਵਿਊ ਦਿੱਤਾ ਤੇ ਉਹਨਾਂ ਨੇ ਮੇਰੇ ਕਾਗਜ਼ ਫੜਾਏ, ਜਾਂ ਆਪਣੇ ਮੁਲਕ ਤੇ ਜਾ ਕੇ ਉੱਥੋਂ ਕਰਵਾ। ਨਾ ਕੋਈ ਗੱਲ ਰਿਪੋਰਟ ਹੋਈ ਹੈ ਤੇ ਨਾ ਹੀ ਮੇਰੇ ਕੋਲ ਆਈ ਹੈ। ਅਗਰ ਤੁਹਾਡੇ 'ਚ ਕੋਈ ਐਸਾ ਬੰਦਾ ਵੀਡੀਓ ਦੇਖ ਰਿਹਾ ਤਾਂ ਪਲੀਜ਼ ਦੱਸ ਦਿਓ। ਦੂਸਰੀ ਗੱਲ ਤੁਹਾਨੂੰ ਕੋਲ ਦੱਸਦਾ, ਜਿਸ ਦਿਨ ਆ ਗਿਆ ਨਾ ਬੰਦਾ, ਪਹਿਲਾ ਬੰਦਾ ਜਿਹਨੇ ਕਿਹਾ ਜੀ ਮੇਰਾ ਨਹੀਂ ਕੀਤਾ, ਡਿਸਅਪਰੂਵ ਕਰਤਾ, ਤੇ ਪੂਰੇ ਮੀਡੀਆ 'ਚ ਖਬਰ ਹੀ ਇਹੀ ਹੋਣੀ ਹੈ। ਇਹ ਵੀ ਤੁਹਾਨੂੰ ਦੱਸਦਾ, ਮੇਰੀ ਨਜ਼ਰ ਦੇ ਉੱਤੇ, ਬੇਫਿਕਰ ਹੋ। ਅਜੇ ਤੱਕ ਕੋਈ ਨਹੀਂ ਆਇਆ। ਤੁਹਾਨੂੰ ਅਗਰ ਕੋਈ ਆਏ ਤਾਂ ਮੈਨੂੰ ਜ਼ਰੂਰ ਦੱਸਣਾ, ਅਗਰ ਆਪ ਤੁਹਾਨੂੰ ਆਏ, ਸੁਣੀ ਸੁਣਾਈ ਨਹੀਂ। ਅੱਛਾ ਜੀ, ਇਹ 2 ਖਬਰਾਂ ਨੇ, ਪੋਜ਼ੀਟਿਵ ਖਬਰਾਂ ਨੇ, ਇਹਦਾ ਪੋਜ਼ੀਟਿਵ ਪਹਿਲੂ ਹੀ ਲੈਣਾ ਹੁੰਦਾ। ਤੀਸਰੀ ਖਬਰ ਹੈ ਕਿ ਅੱਜ ਡਿਪਾਰਟਮੈਂਟ ਆਫ ਜਸਟਿਸ ਨੇ ਐਲਾਨ ਕੀਤਾ ਕਿ ਅਸੀਂ 30 ਸਤੰਬਰ ਤੱਕ, ਯਾਨੀ 30 ਸਤੰਬਰ ਉਹਨਾਂ ਦਾ ਸਾਲ ਖਤਮ ਹੁੰਦਾ ਨਾ, 1 ਅਕਤੂਬਰ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਇਮੀਗ੍ਰੇਸ਼ਨ ਦਾ, ਅਸੀਂ 250 ਬੰਦੇ ਦੀ ਸਿਟੀਜ਼ਨਸ਼ਿਪ ਖਤਮ ਕਰਨੀ ਹੈ। ਸਿਟੀਜ਼ਨਸ਼ਿਪ ਦੇ ਉੱਤੇ ਬਹੁਤ ਜ਼ਿਆਦਾ ਕਰੈਕਡਾਊਨ ਉਹਨਾਂ ਨੇ ਕੀਤਾ ਹੈ। ਉਹ ਕਿਹਨਾਂ ਦੀ ਕਰਨੀ ਹੈ? ਕ੍ਰਿਮੀਨਲਸ ਦੀ ਕਰਨੀ ਹੈ। ਉਹ ਜਿਨ੍ਹਾਂ ਨੇ ਝੂਠ ਬੋਲ ਕੇ, ਮਿਸਰਿਪ੍ਰੈਜ਼ੈਂਟੇਸ਼ਨ ਕਰਕੇ ਆਪਣੀ ਸ਼ਨਾਖਤ ਚੇਂਜ ਕਰਕੇ ਸਿਟੀਜ਼ਨਸ਼ਿਪ ਲਈ ਸੀ। ਸਿਟੀਜ਼ਨਸ਼ਿਪ ਤੋਂ ਪਹਿਲੇ ਜਿਨ੍ਹਾਂ ਨੇ ਕੋਈ ਝੂਠ ਬੋਲ ਕੇ ਫਾਰਮ 'ਚ ਝੂਠ ਬੋਲਿਆ, ਜਾਂ ਉਹਨਾਂ ਦੀ ਸਿਟੀਜ਼ਨਸ਼ਿਪ ਕਰਨੀ ਹੈ। ਜਾਂ ਉਹ ਲੋਕ ਜਿਹੜੇ ਬਹੁਤ ਹੀ ਵਾਇਲੈਂਟ ਕ੍ਰਾਈਮਸ ਦੇ ਵਿੱਚ ਜਿਨ੍ਹਾਂ ਦਾ ਨਾਂ ਹੈ, ਜਿਹਦੇ ਵਿੱਚ ਆਪਣਾ ਤੁਹਾਨੂੰ ਪਤਾ ਜ਼ਿਆਦਾਤਰ ਸੈਕਸ ਅਫੈਂਡਰ ਹੁੰਦੇ ਨੇ, ਕੋਈ ਡਰੱਗਸ ਵਾਲੇ ਹੁੰਦੇ ਨੇ, ਕਤਲ ਕਿਸੇ ਨੇ ਕੀਤੇ ਨੇ, ਇਹੋ ਜਿਹੇ ਲੋਕਾਂ ਦਾ ਇਹਨਾਂ ਦੀ ਹੋਣੀ ਹੈ
ਜਿਹੜੇ ਇਸ ਲਾਈਨ ਦੇ ਲੋਕ ਨੇ ਜਿਨ੍ਹਾਂ ਨੇ ਇਹੋ ਜਿਹਾ ਕੋਈ ਕੰਮ ਕੀਤਾ ਉਹ ਤੇ ਪਰੇਸ਼ਾਨ ਹੋਣ, ਬਾਕੀ ਜਨਰਲ ਬੰਦੇ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਹਾਂ ਇਹ ਜ਼ਰੂਰ ਹੈ ਕਿ ਇੱਕ ਬਹੁਤ ਵੱਡਾ ਆਪਰੇਸ਼ਨ ਡੀਨੈਚੁਰਲਾਈਜੇਸ਼ਨ ਦਾ ਸ਼ੁਰੂ ਹੈ, ਯਾਨੀ ਕਿ ਸਿਟੀਜ਼ਨਸ਼ਿਪ ਵਾਪਸ ਲੈਣ ਦਾ। ਤੇ ਅਗਰ ਕਿਸੇ ਨੇ ਫਰਾਡ ਕੀਤਾ ਫਿਰ ਜ਼ਾਹਰ ਮਸਲਾ ਉਹਦੇ ਵਾਸਤੇ ਬਣੇਗਾ। ਬਾਕੀ ਲੋਕ ਘਬਰਾਓ ਨਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਹਮੇਸ਼ਾ ਕੋਈ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ। ਥੈਂਕ ਯੂ ਸੋ ਮਚ।